ਫੈਡਰਲ ਚੋਣਾਂ ਦੇ ਮੱਦੇਨਜ਼ਰ ਪ੍ਰਵਾਸੀ ਟੈਲੀਵਿਜ਼ਨ ਦੀ ਟੀਮ ਕਵਰੇਜ ਲਈ ਬ੍ਰਿਟਿਸ਼ ਕੋਲੰਬੀਆ ਪਹੁੰਚੀ, ਜਿੱਥੇ ਸੰਜੀਵ ਧਵਨ ਵੱਲੋਂ ਸਰੀ ਸੈਂਟਰਲ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਦੁਬਾਰਾ ਚੋਣ ਲੜ ਰਹੇ ਰਣਦੀਪ ਸਰਾਏ ਨਾਲ ਗੱਲਬਾਤ ਕੀਤੀ ਗਈ। ਰਣਦੀਪ ਸਰਾਏ ਨੇ ਗੱਲਬਾਤ ਦੌਰਾਨ ਟਰੂਡੋ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉੱਥੇ ਹੀ ਸੰਜੀਵ ਧਵਨ ਵੱਲੋਂ ਕੈਨੇਡਾ ਵਿੱਚ ਮਕਾਨਾਂ ਦੇ ਵੱਧ ਰਹੇ ਰੇਟਾਂ ਅਤੇ ਅਫਗਾਨਿਸਤਾਨ ਦੇ ਮਸਲੇ ਉੱਤੇ ਵੀ ਉਹਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਜਵਾਬ ਰਣਦੀਪ ਸਰਾਏ ਨੇ ਬੜੀ ਬਾਖੂਬੀ ਨਾਲ ਦਿੱਤੇ। ਆਓ ਦੇਖਦੇ ਹਾਂ ਪ੍ਰਵਾਸੀ ਟੈਲੀਵਿਜ਼ਨ ਦੀ ਟੀਮ ਵੱਲੋਂ ਕੀਤੇ ਗਏ ਸਵਾਲਾਂ ਦੇ ਰਣਦੀਪ ਸਰਾਏ ਨੇ ਕੀ ਜਵਾਬ ਦਿੱਤੇ। ਪ੍ਰਵਾਸੀ ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਸੰਜੀਵ ਧਵਨ ਦਾ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਬ੍ਰਿਟਿਸ਼ ਕੋਲੰਬੀਆ ਤੋਂ ਅਸੀਂ ਇਲੈਕਸ਼ਨ ਕਵਰੇਜ ਕਰ ਰਹੇ ਹਾਂ ਔਰ ਇਸ ਵੇਲੇ ਹਾਂ ਅਸੀਂ ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਜੀ ਦੇ ਨਾਲ ਔਰ ਉਹ ਦੁਬਾਰਾ ਇਲੈਕਸ਼ਨ 'ਚ ਖੜੇ ਹੋਏ ਨੇ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਰਣਦੀਪ ਜੀ, ਆਪ ਜੀ ਦਾ ਨਿੱਘਾ ਸਵਾਗਤ ਪ੍ਰਵਾਸੀ ਦੇ ਇਸ ਵਿਸ਼ੇਸ਼ ਪ੍ਰੋਗਰਾਮ 'ਚ। ਥੈਂਕ ਯੂ, ਤੁਸੀਂ ਮੌਕਾ ਦਿੱਤਾ, ਬੜਾ ਸਾਨੂੰ ਮਾਣ ਹੈ ਕਿ ਤੁਸੀਂ ਆਲਵੇਜ਼ ਵਧੀਆ ਕਵਰੇਜ ਦੇ ਰਹੇ। ਸੋ ਪਹਿਲਾ ਕੁਐਸਚਨ ਇਹ ਹੈ ਕਿ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ, ਠੀਕ ਹੈ, ਤੋ ਲੋਕ ਇਹ ਜਾਣਨਾ ਚਾਹਣਗੇ, ਪ੍ਰਵਾਸੀ ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕ ਜਿਹੜੇ ਕਿ ਇੱਥੇ ਆਪਣਾ ਸਰੀ 'ਚ ਨੇ ਜਾਂ ਆਪਣੇ ਟੋਰਾਂਟੋ 'ਚ ਨੇ ਜਾਂ ਪੂਰੀ ਦੁਨੀਆ 'ਚ ਨੇ, ਕਿ ਬਈ ਤੁਹਾਡੀਆਂ ਕੀ ਅਚੀਵਮੈਂਟਸ ਨੇ। ਸਭ ਤੋਂ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਹਾਂ। ਸ਼ੋਰ। ਸੋ ਸਾਡੀਆਂ ਜਿਹੜੀ ਅਚੀਵਮੈਂਟਸ ਮੈਂ ਕਾਫੀ ਮਾਣ ਨਾਲ ਕਹਿ ਸਕਦਾ ਕਿ ਸਭ ਤੋਂ ਪਹਿਲਾਂ ਅਸੀਂ ਵੈਟਰਨਸ ਅਫੇਅਰ ਸੈਂਟਰ ਇੱਥੇ ਸਰੀ 'ਚ ਲਿਆਂਦਾ। ਸੋ ਗਵਰਨਮੈਂਟ ਸਰਵਿਸਿਜ਼ ਆਫਿਸ ਸਰੀ ਕੋ ਫੇਅਰ ਸ਼ੇਅਰ ਨਹੀਂ ਸੀ ਹੁੰਦਾ। ਸੋ ਉਹ ਪਹਿਲਾ ਨਵਾਂ ਦਫ਼ਤਰ ਸਾਰੇ ਕੈਨੇਡਾ 'ਚ ਉਹ RCMP ਮਿਲਟਰੀ ਐਂਡ ਕਰੈਕਸ਼ਨ ਆਫਿਸਰ ਜਿਹੜੇ ਹੈਗੇ ਆ ਉਹਨਾਂ ਦੇ ਵੈਟਰਨਸ ਵਾਸਤੇ ਉਹ ਅਸਿਸਟੈਂਸ ਦਿੰਦੇ ਹੈਗੇ ਆ, ਔਰ ਉਹਦਾ ਦਫ਼ਤਰ ਇੱਥੇ ਖੁੱਲ੍ਹਾ। ਉਸ ਤੋਂ ਬਾਅਦ ਅਸੀਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਲਈ $125 ਮਿਲੀਅਨ ਦੀ 90 ਮਿਲੀਅਨ ਗਵਰਨਮੈਂਟ ਨੇ ਉਹਨੂੰ ਦਿੱਤਾ, ਅਤੇ ਉਹ ਇੱਥੇ ਨਵਾਂ ਇੰਜੀਨੀਅਰਿੰਗ ਕੈਂਪਸ ਐਂਡ ਸਸਟੇਨੇਬਲ ਐਨਰਜੀ ਐਂਡ ਇਨਵਾਇਰਮੈਂਟਲ ਇੰਜੀਨੀਅਰਿੰਗ ਵਾਸਤੇ ਕੀਤਾ, ਜਿਹਦੇ 450 ਇੰਜੀਨੀਅਰਸ ਨਿਕਲਦੇ ਐਵਰੀ ਈਅਰ ਐਂਡ 2000 ਵਿਅਕਤੀ ਉੱਥੇ ਪੜ੍ਹਦੇ ਆ। ਸੋ ਉਹ ਵੀ ਅਨਾਊਂਸ ਬਣ ਐਂਡ ਓਪਨ ਵੀ ਇੱਥੇ ਹੋ ਗਿਆ। ਤੀਸਰੀ ਜਿਹੜੀ ਚੀਜ਼ ਆ ਕਿ ਸਾਡੇ ਕੋਲ ਸਕਾਈ ਟ੍ਰੇਨ ਪਹਿਲਾਂ LRT ਸਿਟੀ ਨੇ ਮੰਗੀ ਸੀ, ਉਹਦੀ 550 ਮਿਲੀਅਨ ਕੀਤੀ ਸੀ, ਫਿਰ ਸਿਟੀ ਨੇ ਚੇਂਜ ਕਰ ਦਿੱਤਾ, ਸਕਾਈ ਟ੍ਰੇਨ ਮੰਗੀ ਆ। ਅਸੀਂ $1.2 ਬਿਲੀਅਨ ਜਿਹੜੇ ਕਿ ਲਾਰਜੈਸਟ ਇਨਫਰਾਸਟਰਕਚਰ ਫੈਡਰਲ ਇਨਫਰਾਸਟਰਕਚਰ ਕੰਟਰੀਬਿਊਸ਼ਨ ਐਵਰ BC ਦੇ ਹੋਇਆ, ਉਹ ਸਰੀ ਨੂੰ ਮਿਲਿਆ। ਉਹਦੀ ਕੰਸਟਰਕਸ਼ਨ ਆਲਰੇਡੀ ਸ਼ੁਰੂ ਹੋ ਗਈ ਆ ਫਰੇਜ਼ਰ ਹਾਈਵੇ ਦੇ ਉੱਤੇ, ਔਰ ਸਰੀ ਤੋਂ ਲੈ ਕੇ ਆਲ ਦ ਵੇ ਲੈਂਗਲੀ ਤੱਕ ਸਕਾਈ ਟ੍ਰੇਨ ਜਾਊਗੀ। ਲਾਸਟ ਇੱਕ ਹੋਰ ਅਸੀਂ RCMP ਦੀ ਮੰਗ ਸੀਗੀ। ਸਾਡੇ ਜਦੋਂ ਕੋਈ ਵਾਰਦਾਤ ਹੁੰਦੀ, ਇੱਥੇ ਕ੍ਰਾਈਮ ਹੁੰਦਾ ਇੱਥੇ, ਤਾਂ ਸਾਡਾ ਫੋਰੈਂਸਿਕ ਜਿਹੜਾ ਐਨਾਲਿਸਿਸ ਉਹ ਆਲਵੇਜ਼ ਟੋਰਾਂਟੋ ਜਾਂ ਆਟਵਾ ਜਾਂਦਾ। ਸੋ ਉਹਨੂੰ ਅਸੀਂ ਡਿਲੇ ਉਹਨੂੰ ਐਲੀਮੀਨੇਟ ਕਰਨ ਵਾਸਤੇ $60 ਮਿਲੀਅਨ ਦੀ ਕੈਨੇਡਾ ਦੀ ਲਾਰਜੈਸਟ ਫੋਰੈਂਸਿਕ ਲੈਬ ਸਰੀ ਗ੍ਰੀਨ ਟਿੰਬਰ ਦੇ ਵਿੱਚ, ਉਹ ਵੀ ਅਗੇਨ ਅਨਾਊਂਸ ਉਹ ਬਣਾਈ ਔਰ ਖੁੱਲ੍ਹੀ। ਉਹ 'ਚ 150 ਸਾਇੰਟਿਸਟ ਉੱਥੇ ਕੰਮ ਕਰਦੇ ਆ, ਜਿਹੜੇ ਕਿ ਹੁਣ ਬਲਿਸਟਿਕਸ ਐਂਡ ਬਲੱਡ ਦੇ ਸੈਂਪਲਾਂ ਨੂੰ ਐਨਾਲਾਈਜ਼ ਕਰਕੇ ਫੋਰੈਂਸਿਕਸ ਕਰਦੇ। ਲਾਸਟ ਜਿਹੜਾ ਹੈਗਾ ਕਿ ਰੀਜਨਲ ਡਿਵੈਲਪਮੈਂਟ ਏਜੰਸੀ, ਜਿਹੜੀ ਕਿ ਅੱਗੇ ਐਡਮਿੰਟਨ 'ਚ ਹੁੰਦੀ ਸੀਗੀ, ਵੈਸਟਰਨ ਡਿਵਰਸੀਫਿਕੇਸ਼ਨ ਸੀਗਾ ਉਹਦਾ ਨਾਂ, ਉਹ ਹੁਣ ਸਰੀ ਸੈਂਟਰ ਦੇ ਵਿੱਚ ਬਣ ਰਹੀ ਆ। ਉਹਦਾ ਨਾਂ ਪੈਸੀਫਿਕ ਹੈ, ਇਕੱਲੀ BC ਦੇ ਹੋਊਗੀ। $550 ਮਿਲੀਅਨ ਦਾ ਉਹਦਾ ਬਜਟ ਆ, ਔਰ ਉਹ ਫਰਸਟ ਟਾਈਮ ਐਵਰ ਸਰੀ ਦੇ ਵਿੱਚ ਇੱਕ ਹੈੱਡਕੁਆਟਰ ਫੈਡਰਲ ਗਵਰਨਮੈਂਟ ਏਜੰਸੀ ਦਾ ਹੋਊਗਾ, ਉਹ ਇੱਥੇ ਸਰੀ ਸੈਂਟਰ। ਸੋ ਇਹ ਸ਼ਾਰਟ ਲਿਸਟ ਆ। ਬਾਕੀ ਅਸੀਂ ਬੱਚਿਆਂ ਨੂੰ ਬਚਾਉਣ ਵਾਸਤੇ ਗੈਂਗ ਵਾਇਲੈਂਸ ਤੋਂ ਇਹ ਨਿਕਲਿਆ ਸੀਗਾ ਟਾਸਕ ਫੋਰਸ ਦੇ ਵਿੱਚ, ਜਿਹੜਾ ਕਿ ਅਸੀਂ ਜੁਆਇੰਟਲੀ ਕੀਤਾ ਸੀਗਾ ਮੇਅਰ ਦੇ ਨਾਲ। ਉਹ ਸੀਗਾ ਕਿ ਸਾਨੂੰ ਇੱਕ ਸੈਂਟਰਲ ਹੱਬ ਚਾਹੀਦਾ ਜਿਹਦੇ ਵਿੱਚ ਅਸੀਂ ਸਰਵਿਸਿਜ਼ ਨੂੰ ਇਸਤੇਮਾਲ ਕਰ ਸਕਦੇ ਹਾਂ। ਉਹਦੇ ਵਾਸਤੇ ਅਸੀਂ ਸਰੀ ਐਂਟੀ ਗੈਂਗ ਫੈਮਿਲੀ ਇੰਪਾਵਰਮੈਂਟ ਯੂਨਿਟ ਨੂੰ $7.5 ਮਿਲੀਅਨ ਦਿੱਤਾ। ਉਹ ਇੱਥੇ ਅਕ੍ਰੋਸ ਦ ਸਟਰੀਟ ਕੁਆਂਟਲਿਨ ਕੈਂਪਸ ਦੇ ਵਿੱਚ ਹੈਗਾ। ਉਹਦੇ ਵਿੱਚ ਹੁਣ ਵਨ ਸ਼ਾਪ ਸਟਾਪ ਹੋ ਗਿਆ ਕਿ ਆਲ ਯੂਰ ਗਵਰਨਮੈਂਟ ਸਰਵਿਸਿਜ਼ ਤੁਹਾਨੂੰ ਪਰਿਵਾਰਕ ਤੌਰ 'ਤੇ ਇੰਡੀਵਿਜੂਅਲ ਤੌਰ 'ਤੇ ਗੈਂਗ ਨੂੰ ਕੱਢਣ ਵਾਸਤੇ ਉੱਥੇ ਉਹਨਾਂ ਨੂੰ ਤੁਸੀਂ ਜਦੋਂ ਕਾਲ ਕਰੋ ਤੁਹਾਨੂੰ ਰੈਪ ਅਰਾਊਂਡ ਸਰਵਿਸ ਕਰਕੇ ਦਿੰਦੇ ਆ। ਸੋ ਦੈਟ ਇਜ਼ ਹੈਲਪ 2300 ਯੰਗ ਐਂਡ ਓਲਡ ਜਿਹੜੇ ਕਿ ਵਲਨਰੇਬਲ ਸੀਗੇ ਗੈਂਗਸ ਇਨਵੋਲਵ ਹੋਣ ਦੇ ਵਾਸਤੇ, ਉਹਨਾਂ ਨੂੰ ਬਚਾ ਕੇ ਰੱਖਿਆ ਉਹਨੇ, ਔਰ ਪ੍ਰੀਵੈਂਟ ਕੀਤਾ ਜਾਂ ਇੰਟਰਵੀਨ ਉਹਨਾਂ ਨੂੰ ਕੀਤਾ। ਸੋ ਦਿਸ ਅ ਸ਼ੋਰਟ ਲਿਸਟ ਆਫ ਮਾਈ ਅਕੰਪਲਿਸ਼ਮੈਂਟਸ ਇਨ ਦ ਰਾਈਟਿੰਗ ਐਂਡ ਆਮ ਆਸ ਕਰਦਾ ਕਿ ਮੈਂ ਆਉਣ ਵਾਲੇ ਸਮੇਂ ਹੋਰ ਵੀ ਕਰ ਸਕਾਂ। ਤੁਸੀਂ ਗੱਲਬਾਤ ਵਾਚ ਕਰ ਰਹੇ ਹੋ ਰਣਦੀਪ ਸਰਾਏ ਜੋ ਕਿ ਮੈਂਬਰ ਪਾਰਲੀਮੈਂਟ ਨੇ ਸਰੀ ਸੈਂਟਰ ਤੋਂ, ਔਰ ਗੱਲਬਾਤ ਜਿਹੜੀ ਹੈ ਜਦੋਂ ਆਪਾਂ ਜਾਰੀ ਰੱਖਾਂਗੇ, ਆਪਾਂ ਦੇਖ ਰਹੇ ਹਾਂ ਕਿ
कोविड है, कोविड करके मैं भी मूँह टक्या है तो रणदीप जी ने भी टक्या है, क्योंकि कोविड के प्रोटोकॉल फॉलो करना भी बहुत ਜ਼ਰੂਰੀ है। पर इन्होंने प्रोटोकॉल्स ਦੀ ਜਿਹੜੀ ਹੈ ਆਪਾਂ ਬਾਹਰ ਜਾ ਕੇ ਥੋੜਾ ਜਿਹਾ ਦੂਰ ਖੜ ਕੇ ਇਸ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਸਾਰੇ ਦਰਸ਼ਕ ਜਿਹੜੇ ਨੇ ਉਹ ਇਹਨਾਂ ਨੂੰ ਵੇਖ ਵੀ ਸਕਣ ਚੰਗੀ ਤਰ੍ਹਾਂ ਤੇ ਅਸੀਂ ਖੁੱਲ ਕੇ ਗੱਲ ਕਰ ਸਕੀਏ। ਸਭ ਤੋਂ ਵੱਡਾ ਕੁਐਸਚਨ ਇਸ ਵੇਲੇ ਰਣਦੀਪ ਜੀ ਲੋਕੀ ਪੁੱਛ ਰਹੇ ਨੇ ਕਿ ਸਭ ਕੁਝ ਵਧੀਆ ਚੱਲ ਰਿਹਾ ਸੀਗਾ, ਟਰੂਡੋ ਗਵਰਨਮੈਂਟ ਨੇ ਬਹੁਤ ਕੰਮ ਕੀਤਾ ਇਸ ਜਿਹੜੀ ਪੈਂਡੈਮਿਕ ਦੇ ਵਿੱਚ, ਠੀਕ ਹੈ, ਇਸ ਵੇਲੇ ਕੀ ਜ਼ਰੂਰਤ ਸੀ ਕਿ ਇਲੈਕਸ਼ਨ ਕਰਾਈ ਜਾਵੇ ਕਿਉਂਕਿ ਸਭ ਕੁਝ ਠੀਕ ਚੱਲ ਰਿਹਾ ਸੀਗਾ? ਦੇਖੋ, ਜਦੋਂ ਅਸੀਂ 2019 'ਚ ਇਲੈਕਟ ਹੋਏ ਸੀਗੇ ਉਦੋਂ ਪਬਲਿਕ ਨੇ ਮੈਂਡੇਟ ਦਿੱਤੀ ਸੀਗੀ, ਉਹ ਪ੍ਰੀ ਕੋਵਿਡ ਮੈਂਡੇਟ ਸੀਗੀ, ਜੋ ਕਿ ਜਿਵੇਂ ਕੈਨੇਡਾ ਰਨ ਕਰ ਰਿਹਾ ਸੀ ਉਦੋਂ ਲੋਐਸਟ ਅਨਐਮਪਲੋਇਮੈਂਟ ਰੇਟ ਸੀਗਾ, ਉਦੋਂ ਫ੍ਰੀ ਟ੍ਰੇਡ ਨੂੰ ਬਚਾਉਣਾ ਵਧਾਉਣਾ ਇਹ ਮਸਲੇ ਸੀਗੇ ਉਸ ਵੇਲੇ। ਉਹਦੇ ਲਈ ਕੈਨੇਡਾ ਨੇ ਕੈਨੇਡੀਅਨਸ ਨੇ ਸਰਕਾਰ ਪਿਕ ਕੀਤੀ ਸੀ। 4 ਕੁ ਮਹੀਨੇ ਬਾਅਦ ਸਾਰਾ ਕੁਝ ਚੇਂਜ ਹੋ ਗਿਆ, ਪੈਂਡੈਮਿਕ ਹੋ ਗਿਆ, ਗਲੋਬਲੀ ਵਰਲਡ ਵਾਈਡ ਇੱਕ ਨਵੀਂ ਚੀਜ਼ ਆ ਗਈ ਜਿਹੜੀ ਕਿ ਕਿਸੇ ਨੂੰ ਡੀਲ ਕਰਨ ਦੀ ਨਹੀਂ ਸੀ ਆਸ। ਗਵਰਨਮੈਂਟ ਨੂੰ ਸਾਰੀਆਂ ਪ੍ਰਾਇੋਰਟੀਜ਼ ਚੇਂਜ ਕਰਕੇ ਕਰਨੀਆਂ ਪਈਆਂ ਕਿ ਪਹਿਲਾਂ ਤਾਂ ਲੋਕਾਂ ਨੂੰ ਸੁਰੱਖਿਅਤ ਰੱਖਣਾ, ਉਹਨਾਂ ਨੂੰ ਸੇਫ ਰੱਖਣਾ, ਦੂਸਰੇ ਤੇ ਵੈਕਸੀਨ ਨੂੰ ਟੋਲਣਾ, ਉਹਨੂੰ ਕ੍ਰੀਏਟ ਕਰਨਾ ਔਰ ਪ੍ਰੋਕਿਓਰ ਕਰਨਾ, ਔਰ ਥਰਡ ਐਂਡ ਜਿਹੜੀ ਲਾਸਟਲੀ ਕਿ ਲੋਕਾਂ ਦਾ ਫਾਈਨੈਂਸ਼ਲੀ ਉਹਨਾਂ ਨੂੰ ਬਿਜ਼ਨੈਸਿਸ ਨੂੰ ਤਾਂ ਇੰਡੀਵਿਜੂਅਲਸ ਨੂੰ ਸਪੋਰਟ ਕਰਕੇ ਰੱਖਣਾ। ਔਰ ਆਈ ਥਿੰਕ ਉਹਦੇ ਵਿੱਚ ਅਸੀਂ ਕਾਫੀ ਵਧੀਆ ਤਰੀਕੇ ਨਾਲ ਹਾਈਐਸਟ ਵੈਕਸੀਨੇਸ਼ਨ ਰੇਟ, ਮੋਸਟ ਵੈਕਸੀਨੇਸ਼ਨਸ ਪ੍ਰੋਕਿਓਰਡ, ਲੋਐਸਟ ਅਨਐਮਪਲੋਇਮੈਂਟ ਰੇਟ ਤੋਂ ਲੈ ਕੇ ਹਾਈਐਸਟ ਤੱਕ ਹੋ ਗਿਆ ਸੀ, ਹੁਣ ਬੈਕ ਟੂ ਆਲਮੋਸਟ ਲੋਐਸਟ ਅਨਐਮਪਲੋਇਮੈਂਟ ਰੇਟ ਹੋ ਗਿਆ। ਸੋ ਹੁਣ ਅਸੀਂ ਪਬਲਿਕ ਨੂੰ ਬੈਕ ਮੈਂਡੇਟ ਮੰਗਣ ਵਾਸਤੇ ਆਏ ਆ ਕਿ ਤੁਸੀਂ ਹੁਣ ਦੱਸੋ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਿਕਵਰੀ ਕਿੱਦਾਂ ਦੀ ਚਾਹੁੰਦੇ ਆ, ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ, ਜਿਹਨੀ ਇਹਦੇ ਵਧੀਆ ਟਰੈਕ ਰਿਕਾਰਡ ਨਾ ਕੀਤਾ ਕਿ ਤੁਸੀਂ ਸੇਮ ਕੋਅਲੀਸ਼ਨ ਟਾਈਪ ਜਾਂ ਮਿਨੋਰਟੀ ਗਵਰਨਮੈਂਟ ਚਾਹੁੰਦੇ। ਸੋ ਇਹ ਮੰਗ ਕਰਕੇ ਉਹ ਇਲੈਕਸ਼ਨ ਕਾਲ ਕੀਤੀ ਗਈ ਆ। ਰਣਦੀਪ ਜੀ, ਇੱਕ ਬਹੁਤ ਵੱਡਾ ਕੁਐਸਚਨ ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਔਰ ਖਾਸ ਕਰਕੇ ਆਪਣਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ ਆਪਾਂ ਵੇਖੀਏ ਜਿਹੜੇ ਏਰੀਆਜ਼ ਨੇ, ਖਾਸ ਕਰਕੇ ਵੈਨਕੂਵਰ ਹੈ ਜਾਂ ਆਪਣਾ ਸਰੀ ਹੈ, ਔਰ ਇਹਨਾਂ 'ਚ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਹੈ ਉਹ ਬੜੀ ਮੁਸ਼ਕਿਲ ਹੈ। ਔਰ ਇਹਦੇ ਨਾਲ ਜੋ ਅਨਾਉਂਸਮੈਂਟਸ ਆਈਆਂ ਆਪਣਾ ਪ੍ਰੋਗਰਾਮ ਦੇ ਵਿੱਚ ਜਾਂ ਪਲੇਟਫਾਰਮ ਦੇ ਵਿੱਚ, ਆਫਕੋਰਸ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਅਸੀਂ 2 ਸਾਲ ਦਾ ਬੈਨ ਕਰਾਂਗੇ ਫਾਰਨਰਸ ਦੇ ਉੱਤੇ, ਲਿਬਰਲ ਪਾਰਟੀ ਨੇ ਵੀ ਇਹੀ ਕਿਹਾ, ਔਰ ਜਿਹੜੇ ਜਗਮੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਟੈਕਸ ਲਾਵਾਂਗੇ 20%। ਕੀ ਤੁਸੀਂ ਸਮਝਦੇ ਹੋ ਕਿ ਐਕਚੁਅਲ ਪ੍ਰੋਬਲਮ ਬੈਨ ਕਰਨ ਨਾਲ ਜਾਂ ਟੈਕਸ ਲਾਉਣ ਦੇ ਨਾਲ ਹੱਲ ਹੋ ਸਕਦੀ ਹੈ, ਜਾਂ ਕਿ ਇਸ ਹਾਊਸਿੰਗ ਦੇ ਕੋਈ ਹੋਰ ਪ੍ਰੋਬਲਮ ਹੈ, ਫਾਰ ਐਗਜ਼ਾਮਪਲ ਕਿ ਸਪਲਾਈ ਆਫ ਹਾਊਸਿਸ ਜਿਹੜੀ ਹੈ ਜਿਨ੍ਹਾਂ 'ਚ ਉਹ ਨਹੀਂ ਵਧੇਗੀ, ਉਨੀ ਦੇਰ ਤੱਕ ਬਾਕੀ ਚੀਜ਼ਾਂ ਦੇ ਨਾਲ ਆਪਾਂ ਕਿਵੇਂ ਕਰ ਸਕਾਂਗੇ? ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸ਼ੋਰ, ਵੈਰੀ ਗੁੱਡ ਪੁਆਇੰਟ ਹੈ ਤੁਹਾਡੇ। ਸੋ ਜਿੱਥੇ ਦੂਸਰਿਆਂ ਨੇ ਜਾਣ ਕੇ ਡਰਾਉਣ ਵਾਸਤੇ ਫੋਰਨ ਬਾਇਰ 'ਤੇ ਸਾਰਾ ਫੋਕਸ ਜ਼ਿਆਦਾ ਲਾਇਆ, ਅਸੀਂ ਉਹ ਇੱਕ ਅੰਗ ਹੀ ਕੀਤਾ ਆਲਰੇਡੀ। ਜਿਹੜੇ ਮੈਜਰਸ ਅੱਗੇ ਕੀਤੇ, ਅੱਗੇ 3% ਮੈਟਰੋਪੋਲੀਟਨ ਵੈਨਕੂਵਰ ਦੇ ਘਰ ਫੋਰਨਰ ਬਾਏ ਕਰਦੇ ਸੀ, ਹੁਣ 1% ਰਹਿ ਗਿਆ। ਸੋ 66% ਜਿਹੜੇ ਪਿਛਲੇ ਮੈਜਰਸ ਅਸੀਂ ਆਲਰੇਡੀ ਯੂਜ਼ ਕੀਤੇ ਉਹਦੇ ਨਾਲ ਆਲਰੇਡੀ ਫਰਕ ਪੈ ਗਿਆ। ਸੋ ਦੇਅਰ ਨਾਟ ਡਜ਼ਨਟ ਸੀਮ ਟੂ ਦ ਪ੍ਰੋਬਲਮ, ਬਟ ਅਸੀਂ 2 ਸਾਲ ਮੋਰਟੋਰੀਅਮ ਕਰਾਂਗੇ ਕਿ ਜਿਹੜਾ ਕੋਈ ਆਪ ਨਹੀਂ ਖਾਸ ਕਰਕੇ ਰਹਿੰਦਾ ਉਹ ਫੋਰਨਰ ਨਹੀਂ ਆ ਕੇ ਇਨਵੈਸਟ ਕਰ ਸਕਦਾ। ਸੋ ਜਿਹੜਾ ਰੀਅਲ ਇਸ਼ੂ ਹੈਗੀ ਕਿ ਫਰਸਟ ਟਾਈਮ ਹੋਮ ਬਾਇਰ ਨੂੰ ਕਿੱਦਾਂ ਪਹਿਲਾਂ ਉਹਨਾਂ ਦਾ ਪੈਰ ਘਰ ਦੇ ਵਿੱਚ ਪਾਉਣਾ, ਉਹਦੇ ਵਾਸਤੇ ਅਸੀਂ ਅੱਗੇ ਫਰਸਟ ਟਾਈਮ ਹੋਮ ਬਾਇਰ ਪ੍ਰੋਗਰਾਮ ਕੀਤਾ ਜਿਹਦੇ ਵਿੱਚ 10% ਉਹਨਾਂ ਨੂੰ ਡਾਊਨ ਪੇਮੈਂਟ ਦਿੰਦੇ ਆ, ਉਹਦੀ ਫਲੈਕਸੀਬਿਲਿਟੀ ਥੋੜ੍ਹੀ ਜਿਹੀ ਐਕਸਪੈਂਡ ਕੀਤੀ। ਨੰਬਰ 2, ਅਸੀਂ ਹੁਣ RRSP ਇੱਕ ਪ੍ਰੋਗਰਾਮ ਕਰ ਰਹੇ ਹਾਂ ਕਿ ਤੁਸੀਂ ਸੇਵਿੰਗਸ ਪਲਾਨ ਅਪ ਟੂ 40,000 ਟੈਕਸ ਫ੍ਰੀ ਸੇਵ ਕਰ ਸਕਦੇ, ਉਹਦੇ ਵਿੱਚੋਂ ਤੁਸੀਂ ਜਦੋਂ ਘਰ ਲੈਣਾ ਟੈਕਸ ਫ੍ਰੀ ਕੱਢ ਸਕਦੇ, ਤੁਹਾਨੂੰ ਮੋੜਨਾ ਨਹੀਂ ਕਿਤੇ ਪਊਗਾ। ਸੋ ਉਹਦੇ ਨਾਲ ਤੁਹਾਨੂੰ ਆਲਮੋਸਟ $10,000 to $15,000 ਉਹਦੇ 'ਚ ਹੀ ਤੁਹਾਨੂੰ ਟੈਕਸ ਦੇ ਵਿੱਚ ਬਚਤ ਹੋ ਜਾਏਗੀ ਤੁਹਾਡੀ ਆਮਦਨ 'ਤੇ। ਸੈਕੰਡ, ਅਸੀਂ ਜਿਹੜਾ ਫਰਸਟ ਟਾਈਮ ਹੋਮ ਬਾਇਰ ਅੱਗੇ $6,000 ਦੇ ਨੇੜੇ ਤੇੜੇ ਤੁਹਾਨੂੰ ਰੀਬੇਟ ਮਿਲਦੇ ਹੁੰਦੇ ਸੀਗੇ GST ਤਾਂ ਹੋਰ ਚੀਜ਼ 'ਤੇ, ਉਹ ਅਸੀਂ ਆਲਮੋਸਟ ਡਬਲ ਕਰਕੇ 12,000 ਤੋਂ 15,000। ਸੋ ਟੋਟਲ ਗੋਲ ਹੈ ਕਿ ਅਬਾਊਟ 20,000 ਤੁਹਾਨੂੰ ਫਰਸਟ ਟਾਈਮ ਘਰ ਲੈਣ ਵਾਸਤੇ ਮਦਦ ਕੀਤੀ ਜਾਊਗੀ। ਇਸ ਦੇ ਨਾਲ ਨਾਲ ਅਸੀਂ ਰੈਂਟ ਟੂ ਓਨ ਕਰਨ ਵਾਸਤੇ ਇਨੀਸ਼ੀਏਟਿਵ ਦੇ ਰਹੇ ਹਾਂ ਕਿ ਜਦੋਂ ਬਿਲਡਰ ਬਿਲਡ ਕਰਦੇ ਆ ਤੁਸੀਂ ਪਹਿਲਾਂ ਰੈਂਟ ਕਰ ਸਕਦੇ ਆ, ਔਰ ਤੁਹਾਡਾ ਥੋੜ੍ਹਾ ਜਿਹਾ ਪ੍ਰਿੰਸੀਪਲ ਵਿੱਚ ਬਿਲਡ ਕਰਕੇ ਜਦੋਂ ਤੁਹਾਡੇ ਕੋਲ ਉਹਨੇ ਸੇਵ ਹੋ ਗਏ ਤੁਸੀਂ ਸੇਮ ਯੂਨਿਟ ਨੂੰ ਤੁਸੀਂ ਬਾਏ ਕਰ ਸਕਦੇ ਆ। ਸੋ ਇਹ ਸਾਡੇ ਕਾਫੀ ਸਬਸਟੈਂਸ਼ੀਏਟਿਡ ਪ੍ਰੋਗਰਾਮਸ ਹੈਗੇ ਆ ਜਿਨ੍ਹਾਂ ਕਿ ਰੀਅਲ ਸੋਲੂਸ਼ਨਸ ਹੋ ਗਏ। ਬਾਕੀ ਕਹਿਣਾ ਉੱਦਾਂ ਹੀ ਮਿਲੀਅਨ ਘਰ ਬਣਾ ਦੇਣਾ, 5 ਲੱਖ ਘਰ ਬਣਾ ਦੇਣਾ, ਉਹ ਉੱਦਾਂ ਨਹੀਂ ਹੋਣੇ। ਉਹ ਤੁਹਾਨੂੰ ਰਲ ਮਿਲ ਕੇ ਇੱਦਾਂ ਦੇ ਪਲਾਨਸ, ਇੱਦਾਂ ਦੇ ਪ੍ਰੋਗਰਾਮਸ ਕਰਨ ਦੇ ਨਾਲ ਹੀ ਉਹ ਹੋਣਗੇ। ਅੱਗੇ ਅਸੀਂ ਕਨਸੈਂਟਰੇਟ ਕਾਫੀ ਕੀਤਾ ਹੋਮਲੈਸ ਹਾਊਸਿੰਗ ਨੂੰ ਲਿਮਿਟ ਕਰਨ ਲਈ, ਅਫੋਰਡੇਬਲ ਰੈਂਟਲ ਹਾਊਸਿੰਗ ਨੂੰ ਐਕਸਪੈਂਡ ਕਰਨ ਵਾਸਤੇ, ਜਿਹਦਾ ਕਿ ਇੱਥੇ ਸਰੀ ਸੈਂਟਰ 'ਚ hundreds and thousands of units ਸਰੀ ਦੇ ਵਿੱਚ ਬਣ ਰਿਹਾ। ਗੋਲ ਹੈ ਕਿ ਇਹ ਨੈਕਸਟ ਸਰਜ ਆਫ ਰੈਂਟਲ ਹਾਊਸਿੰਗ ਬਣ ਜੂਗੀ। ਇਹ ਥਰਡ ਪ੍ਰੋਂਗ ਜਿਹੜਾ ਹੈਗਾ ਉਹ ਫਰਸਟ ਟਾਈਮ ਹੋਮ ਬਾਇਰ ਵਾਸਤੇ ਜਿੰਨਾ ਅਸੀਂ ਇਨੀਸ਼ੀਏਟਿਵ ਜਿਹੜੀ ਸਪਲਾਈ ਦੀ ਗੱਲ ਕੀਤੀ ਆ ਉਹਦੇ ਵਾਸਤੇ
ਅਸੀਂ $4 ਬਿਲੀਅਨ ਦੇ ਰਿਹਾ ਸਿਟੀਜ਼ ਨੂੰ, ਜਿਹੜਾ ਸਿਟੀ ਮੋਰ ਪਲਾਨ ਚੈਕਰਸ, ਮੋਰ ਇੰਜੀਨੀਅਰਿੰਗ ਸਟਾਫ, ਮੋਰ ਬਿਲਡਿੰਗ ਇੰਸਪੈਕਟਰ ਲਿਆਊਗਾ ਔਰ ਵੇਟ ਟਾਈਮ ਜਿਹੜਾ ਉਹ ਡੀਕਰੀਜ਼ ਕਰੂਗਾ। ਜਿੱਥੇ ਹੁਣ ਸਰੀ ਦੇ ਵਿੱਚ 3-3 ਸਾਲ ਵੱਡੇ ਪ੍ਰੋਜੈਕਟਸ ਨੂੰ ਲੱਗ ਜਾਂਦਾ, ਵੈਨਕੋ 'ਚ 5-5 ਸਾਲ ਲੱਗ ਜਾਂਦਾ, ਘਰ ਦੀ ਪਲਾਨ ਲੈਣ ਵਾਸਤੇ ਵੈਨਕੋ 1.5 ਸਾਲ ਲੱਗ ਜਾਂਦਾ, ਸਰੀ 'ਚ ਵੀ ਸਾਲ ਲੱਗ ਜਾਂਦਾ। ਇਹਨਾਂ ਨੂੰ ਇਨਸੈਂਟਿਵ ਦਿੱਤਾ ਜਾਊਗਾ, ਤੁਹਾਨੂੰ ਆਹ ਪੈਸੇ ਮਿਲਣਗੇ ਜੇ ਤੁਸੀਂ ਇਹਦਾ ਟਾਈਮ 6 ਮਹੀਨੇ ਘਟਾਓ, ਸਾਲ ਘਟਾਓ, ਕਿਉਂਕਿ ਸਾਨੂੰ ਪਤਾ ਐਂਡ ਤੇ ਕੰਜ਼ਿਊਮਰ ਪੇ ਕਰਦਾ। ਉਹ ਜਿੰਨਾ ਹੋਲਡਿੰਗ ਕਾਸਟ ਆ, ਵਿਆਜ ਆ, ਉਹਦਾ ਉਹ ਸਪੈਕੂਲੇਸ਼ਨ ਕਾਸਟ ਵੀ ਆ, ਉਹ ਸਾਰੀ ਕੰਜ਼ਿਊਮਰ ਨੇ ਦੇਣੀ ਹੈ। ਜੇ ਅਸੀਂ ਸਪੈਕੂਲੇਸ਼ਨ ਟਾਈਮ ਲਿਮਿਟਡ ਕਰ ਦਈਏ, ਕੰਜ਼ਿਊਮਰ ਨੂੰ ਉਹ ਮਕਾਨ ਸਸਤਾ ਮਿਲੂਗਾ। ਇੱਕ ਹੋਰ ਮੁੱਦਾ ਇਸ ਵੇਲੇ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੱਲਣ ਦਿਆ, ਔਰ ਉਹ ਇਹ ਹੈ ਕਿ ਅਫਗਾਨਿਸਤਾਨ ਤੋਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਔਰ ਪਰਮਾਨੈਂਟ ਰੈਜ਼ੀਡੈਂਟ ਔਰ ਜਿਨ੍ਹਾਂ ਨੇ ਕੈਨੇਡੀਅਨ ਮਿਲਟਰੀ ਨੂੰ ਹੈਲਪ ਕੀਤਾ ਸੀਗਾ ਉੱਥੋਂ ਦੇ ਮਿਸ਼ਨ ਦੇ ਵਿੱਚ, ਉਹਨਾਂ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ। ਔਰ ਅੱਜ ਆਪਾਂ ਰੋਜ਼ ਦੇਖਦੇ ਹਾਂ ਨਿਊਜ਼, ਕੋਈ ਕਹਿੰਦਾ ਕਿ ਅਗਰ ਮੇਰੀ ਫੈਮਿਲੀ ਜਿਹੜੀ ਹੈਗੀ ਆ ਉਹ ਉੱਥੇ ਮਰਡਰ ਹੋ ਗਈ ਤੇ ਉਹਦਾ ਬਲੱਡ ਵਿਲ ਬੀ ਔਨ ਟਰੂਡੋਜ਼ ਹੈਂਡਸ ਐਂਡ ਆਲ ਦਿਸ ਸਟਫ। ਇਹਨਾਂ ਸਾਰਿਆਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਨੇ ਕਿੰਨਾ ਕੰਮ ਕੀਤਾ ਤੇ ਹੋਰ ਕੀ ਕਰਨ ਦੀ ਲੋੜ ਹੈ? ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਮਿਨਿਸਟਰ ਆਫ ਡਿਫੈਂਸ ਜਿਹੜੇ ਹਰਜੀਤ ਸੱਜਣ ਜੀ, ਸੋ ਤੁਸੀਂ ਕੀ ਸਮਝਦੇ ਹੋ, ਲੋਕ ਇੱਥੇ ਕੀ ਫੀਲ ਕਰ ਰਹੇ ਹੋ ਔਰ ਤੁਹਾਡੀ ਇਹਦੇ ਤੇ ਕੀ ਟੇਕ ਹੈ? ਦੇਖੋ, ਇਹ ਬਹੁਤ ਸੀਰੀਅਸ ਮਸਲਾ, ਸਾਡੇ ਕਾਫੀ ਅਫਗਾਨ ਰੈਜ਼ੀਡੈਂਟਸ, ਅਫਗਾਨੀ ਕੈਨੇਡੀਅਨਸ ਹੈਗੇ ਆ ਜਿਹੜੇ ਕਿ ਕੰਸਰਨਡ ਆ। ਪਰ ਦੇਖੋ, ਅਸੀਂ ਪਹਿਲੀ ਗੱਲ ਤਾਂ ਰਾਈਟ ਵੇ VR ਐਲਾਨ ਕੀਤਾ, ਜਿਹੜਾ ਕਿ ਇਨ ਕੰਟਰਾਸਟ ਦੇਖੋ US ਗਵਰਨਮੈਂਟ ਜਿਹੜੀ ਕਿ ਸਾਨੂੰ 10 ਗੁਣਾ ਪਾਪੂਲੇਸ਼ਨ 'ਚ ਵੱਡੀ ਆ ਔਰ ਉਹਨਾਂ ਦਾ 21 ਸਾਲ ਪ੍ਰੈਜ਼ੈਂਸ ਰਿਹਾ, ਉਹ ਨਹੀਂ ਸਿਰ 22,000 ਲੈ ਕੇ ਜਾਣਾ, ਤਾਂ ਅਸੀਂ VR ਐਕਸੈਪਟ ਕਰਨੇ। ਸੋ ਅਸੀਂ ਸਭ ਤੋਂ ਲਾਰਜੈਸਟ ਪਰ ਕੈਪੀਟਾ ਰੈਫਿਊਜੀ ਸੈਟਲਮੈਂਟ ਔਰ ਪ੍ਰੋਗਰਾਮ ਉਹਨਾਂ ਵਾਸਤੇ ਬਣਾਇਆ। ਨੰਬਰ 2, ਅਸੀਂ ਆਲਰੇਡੀ 5-6 ਸਾਲ ਅਫਗਾਨਿਸਤਾਨ 'ਚੋਂ ਕੱਢਿਆ ਨੂੰ ਹੋਇਆ, ਸੋ ਕੈਨੇਡਾ ਉੱਥੇ ਨਹੀਂ ਪ੍ਰੈਜ਼ੈਂਸ ਸੀਗਾ, ਪਰ ਅਸੀਂ ਫਿਰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਵੀ ਅਸੀਂ ਜਿਹੜੇ ਵਲਨਰੇਬਲ ਆ, ਔਰਤਾਂ ਆ, ਇੰਟਰਪ੍ਰੀਟਰਸ ਆ, ਕੈਨੇਡੀਅਨਸ ਆ, PR ਐਪਲੀਕੈਂਟਸ ਜਿਹੜੇ ਹੈਗੇ ਆ, ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਮਦਦ ਕਰਨਾ। ਉਹਦੇ ਵਾਸਤੇ 에ਅਰਲਿਫਟ ਪ੍ਰੋਗਰਾਮ ਕੀਤਾ ਗਿਆ ਔਰ ਈਵਨ ਇਹ ਵੀ ਅਰੇਂਜ ਕਰ ਦਿੱਤਾ ਗਿਆ ਕਿ ਈਵਨ ਜੇ ਕੈਨੇਡੀਅਨ ਪਲੇਨ ਨਹੀਂ ਹੈਗਾ, ਉਹ ਦੂਸਰੇ ਪਲੇਨਾਂ ਤੇ ਵੀ ਚੜ੍ਹ ਸਕਦੇ ਆ, ਸੋ ਚਾਹੇ US ਚਾਹੇ ਹੋਰ। ਸੋ ਈਵਨ ਲਾਸਟ ਨਾਈਟ 500 ਹੋਰ ਵਿਅਕਤੀ ਕੈਨੇਡਾ ਨੂੰ ਡੈਸਟਿਨਡ ਦੂਸਰੇ 에ਅਰਪਲੇਨਾਂ ਦੇ ਉੱਤੇ ਚੜ੍ਹ ਕੇ ਆਇਆ ਸੀ। ਸੋ ਅਸੀਂ ਸਕਸੈਸਫੁਲ, ਉਹ 20,000 ਅਸੀਂ ਪੂਰੇ ਕਰਾਂਗੇ। ਅਨਫੋਰਚੂਨੇਟਲੀ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਉੱਥੇ ਇਹ ਜਿਹੜਾ ਤਾਲਿਬਾਨ ਟੇਕ ਓਵਰ ਅਫਗਾਨ ਨੈਸ਼ਨਲ ਗਵਰਨਮੈਂਟ ਤੋਂ ਕਰ ਲੈਣਗੇ। ਆਸ ਸੀਗੀ ਕਿ ਐਟਲੀਸਟ ਮੇਜਰ ਸਿਟੀਜ਼ ਜਿਹੜੀ ਹੈਗੇ ਮੈਟਰੋਪੋਲੀਟਨ ਏਰੀਆ ਅਫਗਾਨਿਸਤਾਨ ਦੇ, ਉਹ ਅਫਗਾਨਿਸਤਾਨ ਗਵਰਨਮੈਂਟ ਕੰਟਰੋਲ 'ਚ ਰਹੂਗੀ। ਇੱਦਾਂ ਦੀ ਜਲਦੀ ਨਹੀਂ ਆਊਗੀ। ਇਹ ਕਾਟ ਐਵਰੀਬਾਡੀ ਬਾਈ ਸਰਪ੍ਰਾਈਜ਼, ਬਟ ਗਵਰਨਮੈਂਟ ਨੇ ਫਿਰ ਵੀ ਬੜੀ ਮਦਦ ਕੀਤੀ। ਔਰ ਉਹ ਸਿਚੁਏਸ਼ਨ ਇਜ਼ ਨਾਟ ਲਾਈਕ ਗੋਇੰਗ ਟੂ ਵੈਨਕੂਵਰ 에ਅਰਪੋਰਟ ਕਿ ਉੱਥੇ ਜਾਓ, ਪਾਸਪੋਰਟ ਦਿਖਾ ਲਓ ਤਾਂ ਚੜ੍ਹੋ ਪਲੇਨ। ਉਹ ਬੜੀ ਮੁਸ਼ਕਿਲ ਆ। ਗੇਟ 'ਤੇ ਕੱਲ੍ਹ ਬੰਬ ਚੱਲਿਆ, 75 ਵਿਅਕਤੀ ਮਰ ਗਿਆ, ਉਹਦੇ ਵਿੱਚ ਅਮਰੀਕਨ ਸੋਲਜਰ ਵੀ ਮਰ ਗਿਆ, 100 ਵਿਅਕਤੀ ਜ਼ਖਮੀ ਆ। ਇਸ ਕਰਕੇ ਉਹ ਬਹੁਤ ਡੇਂਜਰਸ ਹੈ ਕਿ ਕੋਈ ਬੈਕਪੈਕ ਆ ਗਿਆ, ਸੂਟਕੇਸ 'ਚ ਆ ਗਿਆ, ਉਹ ਕੱਲਾ ਸਾਡੇ ਸੋਲਜਰ ਨਹੀਂ, ਸਾਰੇ ਉਹ ਰੈਫਿਊਜੀਜ਼ ਦਾ ਵਲਨਰੇਬਲ ਪਾਪੂਲੇਸ਼ਨ ਨੂੰ ਨੁਕਸਾਨ ਕਰ ਸਕਦਾ। ਸੋ ਅਸੀਂ ਉਹਨਾਂ ਨਾਲ ਵਰਕ ਕਰਨਾ ਹਜੇ ਵੀ ਕਰ ਰਹੇ ਹਾਂ 31 ਤਰੀਕ ਤੱਕ, ਜਿੰਨਾ ਚਿਰ ਤੱਕ ਅਮਰੀਕਨ ਦੀਆਂ ਲਾਸਟ ਫਲਾਈਟਾਂ ਤਾਂ ਐਲਾਈਡ ਫੋਰਸ ਦੀ ਚੱਲ ਰਹੀਆਂ, ਉਹਨਾਂ 'ਚ ਵੀ ਆਉਣਗੇ। ਤੇ ਉਸ ਤੋਂ ਬਾਅਦ ਵੀ ਜਿਹੜਾ ਕਿ ਸ਼ਨ ਪਾਕਿਸਤਾਨ, ਇੰਡੀਆ ਜਾਂ ਹੋਰ ਪਾਸੇ ਲਊਗਾ, ਅਸੀਂ ਉਹਨਾਂ ਨੂੰ ਵੀ ਸੈਟਲ ਕਰਾਵਾਂਗੇ। ਰਣਦੀਪ ਜੀ, ਮੁੱਦੇ ਬਹੁਤ ਨੇ ਤੇ ਗੱਲਬਾਤ ਜਾਰੀ ਰਹੇਗੀ ਔਰ ਮੈਨੂੰ ਪਤਾ ਹੈ ਕਿ ਤੁਸੀਂ ਵੀ ਇੱਕ ਮੀਟਿੰਗ ਤੇ ਜਾਣਾ, ਮੈਂ ਇਸ ਕਰਕੇ ਇਹਨੂੰ ਹੁਣ ਕੱਟ ਸ਼ਾਰਟ ਕਰਾਂਗਾ। ਪਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਡੇ ਨਾਲ ਹੋਰ ਡਿਟੇਲ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਆਪ ਜੀ ਦੇ ਟਾਈਮ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਨੂੰ। ਸੋ ਇਹ ਸੀ ਬੜੀ ਸਪੈਸ਼ਲ ਇੰਟਰਵਿਊ ਰਣਦੀਪ ਸਰਾਏ, ਜੋ ਕਿ ਸਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਕੈਂਡੀਡੇਟ ਨੇ ਔਰ ਐਕਚੁਅਲੀ ਇਨਕੰਬੈਂਟ ਮੈਂਬਰ ਪਾਰਲੀਮੈਂਟ ਨੇ। ਇਹਨਾਂ ਨਾਲ ਗੱਲਬਾਤ ਕੀਤੀ। ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਹੋਰ ਗੱਲਬਾਤ ਇਹਨਾਂ ਨਾਲ ਕਰਵਾਵਾਂਗੇ। ਹੁਣ ਸੰਜੀਵ ਤਵਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਬਾਏ।